ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ। ਸੋ ਮਹਾਂਪੁਰਸ਼ਾਂ ਦੇ ਬਚਨਾਂ ਦੀ ਤਾਕਤ ਨੂੰ ਵੇਦ ਵੀ ਨਹੀਂ ਜਾਣ ਸਕਦੇ। ਜਿੰਨਾ ਕੁ ਸੁਣਦੇ ਆ ਮਹਾਂਪੁਰਖਾਂ ਦੀ ਉਪਮਾ, ਉਨਾ ਹੀ ਵੇਦ ਬਿਆਨ ਕਰਦੇ ਆ। ਅੱਜ ਦਾਸ ਸੰਤ ਮਹਾਂਪੁਰਖ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜੀਵਨ ਦਰਸ਼ਨ ਦੇ ਵਿੱਚੋਂ ਉਹਨਾਂ ਦੀ ਇੱਕ ਐਸੀ ਬਚਨਾਂ ਦੀ ਤਾਕਤ ਦੀ ਸਿਰਮੌਰ ਘਟਨਾ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਔਰ ਮਹਾਂਪੁਰਖ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ, ਇਹਨਾਂ ਦੋਹਾਂ ਮਹਾਂਪੁਰਖਾਂ ਨੇ ਤਕਰੀਬਨ ਇਕੱਠਿਆਂ ਹੀ ਬੰਦਗੀ ਕੀਤੀ ਇਸ ਨਹਿਰ ਦੇ ਕੰਢੇ ਦੇ ਉੱਤੇ। ਜਦੋਂ ਜਿਹੜਾ ਨਹਿਰ ਦਾ ਕੰਢਾ ਸੀਗਾ, ਇੱਥੇ ਬੜਾ ਭਾਰੀ ਝੜਾ ਸੀਗਾ, ਸੂਆ ਸੀਗਾ। ਸੋ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਲੋਕ ਸੀ ਨਾ, ਪਸ਼ੂ ਚਾਰਦੇ ਹੁੰਦੇ ਸੀ। ਸੋ ਉਸ ਟਾਈਮ ਬਾਬਾ ਈਸ਼ਰ ਸਿੰਘ ਹੁਣਾਂ ਨੇ ਇੱਕ ਵਾਰ ਬਾਬਾ ਕਿਸ਼ਨ ਸਿੰਘ ਹੁਣਾਂ ਨੂੰ ਆਖਿਆ ਸੀਗਾ ਕਿ ਤੁਸੀਂ ਹੈ ਨਾ ਸਾਡੇ ਵਾਸਤੇ ਦੋ ਬੋਰੀਆਂ ਲੈ ਕੇ ਆਵੋ। ਦੇਖੋ, ਬਾਬਾ ਕਿਸ਼ਨ ਸਿੰਘ ਜੀ ਜਿਹੜੇ ਸੀਗੇ, ਇਹ 2 ਬੋਰੀਆਂ ਲੈ ਕੇ ਆਏ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਇਹ ਬੋਰੀਆਂ ਦਾ ਕੱਪੜਾ ਬਣਾ ਕੇ ਬਾਬਾ ਈਸ਼ਰ ਸਿੰਘ ਅਤੇ ਬਾਬਾ ਕਿਸ਼ਨ ਸਿੰਘ ਹੁਣਾਂ ਨੇ ਇੱਥੇ ਬੈਠ ਕੇ ਝੜੇ ਦੇ ਵਿੱਚ ਬੰਦਗੀ ਕੀਤੀ ਸੀ। ਔਰ ਮਹਾਂਪੁਰਖ ਦੱਸਦੇ ਸੀਗੇ ਕਿ ਅਗਰ ਠੰਡ ਲੱਗਣੀ ਤਾਂ ਉਹ ਬੋਰੀਆਂ ਠੰਡ ਰੋਕ ਦਿੰਦੀਆਂ ਸੀ, ਅਗਰ ਗਰਮੀ ਲੱਗਣੀ ਤਾਂ ਕਹਿੰਦੇ ਗਰਮੀਆਂ ਦੇ ਸਮੇਂ ਦੇ ਵਿੱਚ ਅਸੀਂ ਨਹਿਰ ਦੇ ਵਿੱਚ ਰਾਤ ਨੂੰ ਇੱਕ ਟੁੱਬਾ ਲਾ ਲੈਣਾ ਅਤੇ ਉਹ ਬੋਰੀਆਂ ਠੰਡੀਆਂ ਰਹਿੰਦੀਆਂ। ਇਸ ਤਰ੍ਹਾਂ ਦੋਨਾਂ ਮਹਾਂਪੁਰਖਾਂ ਨੇ ਬੜੀ ਕੜੀ ਮਸ਼ੱਕਤ ਇਸ ਅਸਥਾਨ ਦੇ ਵਿੱਚ ਕੀਤੀ ਸੀਗੀ। ਸੋ ਸਮੇਂ ਆਉਣ ਤੋਂ ਬਾਅਦ ਬਾਬਾ ਈਸ਼ਰ ਸਿੰਘ ਮਹਾਂਪੁਰਖ ਜਿਹੜੇ ਸੀ, ਇਹ ਸੰਗਤਾਂ ਦੀ ਸੇਵਾ ਗੁਰ ਸ਼ਬਦ ਅਤੇ ਕੀਰਤਨ ਦੁਆਰਾ ਕਰਦੇ ਹੁੰਦੇ ਸੀ। ਔਰ ਖ਼ਾਸ ਕਰਕੇ ਡੇਰੇ ਦੇ ਵਿੱਚ ਆਈਆਂ ਸੰਗਤਾਂ ਦੀ ਰਿਹਾਇਸ਼, ਲੰਗਰ ਪਾਣੀ ਦਾ ਪ੍ਰਬੰਧ ਸਾਰਾ ਇਹ ਬਾਬਾ ਕਿਸ਼ਨ ਸਿੰਘ ਹੁਣੀ ਕਰਦੇ ਰਹੇ ਆ। ਇੱਕ ਵਾਰ ਦੱਸਦੇ ਆ ਕਿ ਬਾਬਾ ਕਿਸ਼ਨ ਸਿੰਘ ਹੁਣਾਂ ਦਾ ਪਿੰਡ ਮਸੀਤੀ ਆ। ਇਹ ਜਿਹੜਾ ਪਿੰਡ ਮਸੀਤੀ ਆ, ਇਹ ਬਠਿੰਡੇ ਤੋਂ ਤਕਰੀਬਨ 28 ਕਿਲੋਮੀਟਰ ਦੂਰ ਆ। ਅਤੇ ਬਾਬਾ ਜੀ ਦੇ ਇੱਕ ਭਰਾਤਾ ਹੈ ਕਿ ਉਸ ਮਸੀਤੀ ਪਿੰਡ 'ਚ ਰਹਿੰਦੇ ਹੁੰਦੇ ਸੀ ਉਹਨਾਂ ਟਾਈਮਾਂ 'ਚ। ਉਹਨਾਂ ਦਾ ਨਾਂ ਸੀ ਬਾਬਾ ਹਰੀ ਸਿੰਘ ਜੀ। ਅਤੇ ਇਸੇ ਹੀ ਮਸੀਤੀ ਪਿੰਡ ਦੇ ਵਿੱਚ ਇੱਕ ਮੱਘਰ ਸਿੰਘ ਸੀ, ਉਹਦੀ ਲੜਕੀ ਜਿਹੜੀ ਸੀ ਉਹ ਉਹਨਾਂ ਟਾਈਮਾਂ ਦੇ ਵਿੱਚ ਰਾਜਸਥਾਨ ਦਾ ਇੱਕ ਪਿੰਡ ਜਿਹਦਾ ਨਾਂ ਸੀ ਸੰਤਪੁਰਾ, ਉੱਥੇ ਵਿਆਹੀ ਗਈ ਸੀ। ਇੱਕ ਵਾਰ ਬਾਬਾ ਹਰੀ ਸਿੰਘ ਜੀ ਜਿਹੜੇ ਆਪਣੀ ਮੌਤ ਦੇ ਵਿੱਚ ਆਪਣੇ ਖੂਹ ਦੇ ਉੱਤੇ ਬੈਠੇ ਹੋਏ ਸੀ ਕਿ ਇਹ ਜਿਹੜੀ ਲੜਕੀ ਮੱਘਰ ਸਿੰਘ ਦੀ ਸੀ, ਇਹ ਦੌੜੀ ਜਾ ਕੇ ਬਾਬਾ ਹਰੀ ਸਿੰਘ ਦੇ ਚਰਨਾਂ ਦੇ ਉੱਤੇ ਲੇਟ ਕੇ ਉੱਚੀ ਉੱਚੀ ਰੋਣ ਲੱਗ ਪਈ। ਜਦ ਰੋਈ ਤਾਂ ਫਿਰ ਬਾਬਾ ਹਰੀ ਸਿੰਘ ਹੁਣਾਂ ਨੇ ਇਸ ਮੱਘਰ ਸਿੰਘ ਦੀ ਬੇਟੀ ਨੂੰ ਪੁੱਛਿਆ ਕਿ ਬੇਟਾ ਕੀ ਗੱਲ ਆ, ਤੂੰ ਕਾਹਤੇ ਰੋਣ ਲੱਗ ਪਈ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਇਸ ਬੱਚੀ ਨੇ ਬਾਬਾ ਹਰੀ ਸਿੰਘ ਨੂੰ ਰੋ ਕੇ ਮਿੱਥਿਆ ਸੁਣਾਈ ਆ ਕਿ ਮੇਰੇ ਸਹੁਰੇ ਪਰਿਵਾਰ ਦੇ ਵਿੱਚ ਇੱਕ ਝਗੜਾ ਹੋ ਗਿਆ ਅਤੇ ਉਸ ਝਗੜੇ ਦੇ ਵਿੱਚ ਮੇਰਾ ਜਿਹੜਾ ਸਹੁਰਾ ਹੈਗਾ ਉਹ ਮਾਰਿਆ ਗਿਆ ਹੈ। ਇਹ ਸੁਣਨ ਤੋਂ ਬਾਅਦ ਫਿਰ ਬਾਬਾ ਹਰੀ ਸਿੰਘ ਹੁਣੇ ਦਿਲਾਸਾ ਦਿੱਤਾ, ਕਹਿੰਦੇ ਵੀ ਗੱਲ ਖੋਲ੍ਹ ਕੇ ਦੱਸ ਹੋਈ ਕੀ ਆ। ਫਿਰ ਅਸੀਂ ਬੇਟੀ ਨੇ ਦੱਸਿਆ ਕਿ ਸਾਡੇ ਰਾਜਸਥਾਨ ਦੇ ਇਲਾਕੇ ਦੇ ਵਿੱਚ ਜਿੱਥੇ ਸਾਡਾ ਪਿੰਡ ਸੰਤਪੁਰਾ, ਸਾਡੀ ਜ਼ਮੀਨ ਦੇ ਕੋਲੋਂ ਦੀ ਇੱਕ ਸੂਆ ਲੰਘਦਾ ਹੈਗਾ। ਉਹ ਜਿਹੜਾ ਨਹਿਰੀ ਸੂਆ ਹੈਗਾ, ਉਹ ਸੂਏ ਦਾ ਪਾਣੀ ਸਾਰੇ ਜਿਹੜੇ ਜ਼ਿਮੀਂਦਾਰ ਕਿਸਾਨ ਹੈਗੇ ਉਹ ਆਪਣੀ ਬਾਰੀ ਸਿਰ ਲਾਉਂਦੇ ਆ। ਅਤੇ ਉਦਣ ਕਹਿੰਦੇ ਕੀ ਸੀਗਾ ਕਿ ਮੇਰਾ ਜਿਹੜਾ ਸਹੁਰਾ ਹੈਗਾ, ਮੇਰੇ ਪਤੀ ਦਾ ਪਿਤਾ ਜੀ, ਉਹ ਆਪਣੀ ਬਾਰੀ ਜਿਹੜੀ ਪਾਣੀ ਦੀ ਸੀ ਉਹ ਲਾ ਰਿਹਾ ਸੀਗਾ। ਅਤੇ ਜਦੋਂ ਉਹਦੀ ਬਾਰੀ ਪੂਰੀ ਹੋ ਗਈ ਤਾਂ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਮੇਰੇ ਪਤੀ ਸੀਗੇ ਜਦ ਆਪਣੀ ਟਾਈਮ ਸਿਰ ਬਾਰੀ ਲਾਉਣ ਗਏ ਤਾਂ ਫਿਰ ਕਹਿੰਦੇ ਵੀ ਜਿਹੜਾ ਮੇਰਾ ਸਹੁਰਾ ਸੀਗਾ ਉਹ ਮੇਰੇ ਪਤੀ ਦੇ ਨਾਲ ਬੜੇ ਕ੍ਰੋਧ ਦੇ ਵਿੱਚ ਬੋਲਿਆ ਕਿ ਇਹ ਜਿਹੜੀ ਤੇਰੀ ਬਾਰੀ ਇਹ ਵੀ ਅੱਜ ਮੈਂ ਹੀ ਲਾਉਣੀ ਆ, ਤੂੰ ਮੈਨੂੰ ਰੋਕ ਨਹੀਂ ਸਕਦਾ। ਪਰ ਇਹਦੇ ਪੁੱਤਰ ਨੇ ਬੜੇ ਨਿਮਰਤਾ ਭਾਵ ਦੇ ਵਿੱਚ ਇਹ ਆਖਿਆ ਸੀਗਾ ਕਿ ਪਿਤਾ ਜੀ ਵੀ ਹੁਣ ਤਾਂ ਬਾਰੀ ਮੇਰੀ ਆ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਨਹਿਰੀ ਕਰਮਚਾਰੀ ਹੁੰਦੇ ਸੀਗੇ ਉਹ ਹਰੇਕ ਨੂੰ ਟਾਈਮ ਦਿੰਦੇ ਹੁੰਦੇ ਸੀ ਕਿ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਤੂੰ ਇਹ ਨਹਿਰੀ ਸੂਏ ਦਾ ਪਾਣੀ ਲਾ ਸਕਦਾ ਹੈ। ਤਾਂ ਉਸ ਟਾਈਮ ਇਸ ਲੜਕੀ ਦੇ ਪਤੀ ਦਾ ਟਾਈਮ ਸੀਗਾ, ਪਰ ਇਹਦਾ ਜਿਹੜਾ ਪਿਤਾ ਸੀਗਾ ਉਹ ਇੰਨਾ ਅੜਬ ਸੀ, ਉਹ ਕਹਿੰਦਾ ਕਿ ਮੈਂ ਹੀ ਪਾਣੀ ਲਾਉਣਾ, ਚਾਹੇ ਤੇਰਾ ਟਾਈਮ ਹੋਵੇ ਚਾਹੇ ਮੇਰਾ, ਮੈਂ ਇਹ ਨਹੀਂ ਦੇਖਣਾ, ਮੈਂ ਆਪਣਾ ਟਾਈਮ ਲਾਉਣਾ ਹੈਗਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਇਸ ਲੜਕੀ ਦਾ ਪਤੀ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਅਗਰ ਤੂੰ ਹੀ ਮੇਰਾ ਟਾਈਮ ਦੇ ਵਿੱਚ ਮੇਰਾ ਪਾਣੀ ਲਾਊਂਗਾ ਤਾਂ ਫਿਰ ਮੇਰੀ ਫਸਲ ਦਾ ਕੀ ਬਣੂਗਾ, ਮੈਂ ਆਪਣਾ ਪਰਿਵਾਰ ਕਿਵੇਂ ਪਾਲੂੰਗਾ। ਜਦ ਇਸ ਤਰ੍ਹਾਂ ਜਿਹੜੀ ਗੱਲ ਝਗੜੇ ਦੇ ਵਿੱਚ ਹੋਈ ਸੀ ਤਾਂ ਫਿਰ ਇਸ ਲੜਕੀ ਦਾ ਜਿਹੜਾ ਸਹੁਰਾ ਸੀਗਾ ਉਹ ਫਿਰ ਕਿਰਪਾਨ ਲੈ ਕੇ ਆ ਗਿਆ। ਜਦ ਹੱਥ 'ਚ ਕਿਰਪਾਨ ਲੈ ਕੇ ਆਇਆ ਤਾਂ ਕਹਿਣ ਲੱਗਾ ਕਿ ਮੈਂ ਤੇਰੇ ਟਾਈਮ ਦੇ ਵਿੱਚ ਹੀ ਮੈਂ ਆਪਣਾ ਪਾਣੀ ਖੇਤਾਂ ਨੂੰ ਜ਼ਰੂਰ ਲਾਊਂਗਾ, ਅਤੇ ਤੂੰ ਇੱਕ ਵਾਰ ਮੇਰੇ ਸਾਹਮਣੇ ਨੱਕਾ ਵੱਢ ਕੇ ਦਿਖਾ।
अगर तू अपने टाइम दे विच ही तू नक्का वड्ढिया तो मैं तेरा सिर ला देंगा। देखो ਉਹ ਜਿਹੜਾ क्रोध ਸੀਗਾ ਇਸ ਲੜਕੀ ਦੇ ਸਹੁਰੇ ਦੇ ਸਿਰ ਦੇ ਉੱਤੇ ਪੂਰੀ ਤਰ੍ਹਾਂ ਉਹ ਚੜ੍ਹ ਬੋਲਿਆ ਸੀਗਾ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਅਗਰ क्रोध ਚੰਡਾਲ, ਜਿਹੜਾ क्रोध ਆ ਉਹ ਅਗਨੀ ਵੀ ਹੈ, ਚੰਡਾਲ ਰੂਪੀ ਆ। ਜਦ ਇੰਨੀ ਗੱਲ ਹੋਈ ਤਾਂ ਲੜਕੇ ਦੇ ਮਨ ਦੇ ਵਿੱਚ ਪਹਿਲਾਂ ਆਇਆ ਵੀ ਮੇਰੇ ਪਿਤਾ ਜੀ ਆ ਕਿਹੜਾ ਇਹੋ ਜਿਹਾ ਕੰਮ ਕਰਨ ਲੱਗੇ ਆ। ਪਰ ਕਹਿੰਦੇ ਵੀ ਜਦ ਮੇਰੇ ਪਤੀ ਨੇ ਉਹ ਜਿਹੜਾ ਪਾਣੀ ਆਪਣੇ ਟਾਈਮ ਦੇ ਵਿੱਚ ਜਿਉਂ ਹੀ ਵੱਢਿਆ ਅਤੇ ਇਹਦੇ ਪਿਤਾ ਨੇ ਕਿਰਪਾਨ ਮਿਆਨ ਦੇ ਵਿੱਚੋਂ ਧੂ ਕੇ ਨੰਗੀ ਕਰਕੇ ਤੇ ਫਿਰ ਆਪਣੇ ਹੀ ਲੜਕੇ ਦਾ ਸਿਰ ਵੱਢਣ ਵਾਸਤੇ ਬੜੇ ਜ਼ੋਰ ਨਾਲ ਹਮਲਾ ਕਰਤਾ। ਜਦ ਹਮਲਾ ਕੀਤਾ ਰੌਲਾ ਪੈ ਗਿਆ, ਆਲੇ ਦੁਆਲੇ ਦੇ ਜਿਹੜੇ ਹੋਰ ਜ਼ਿਮੀਂਦਾਰ ਸੀ ਉਹ ਵੀ ਇਕੱਠੇ ਹੋ ਗਏ ਅਤੇ ਇਸ ਹੱਥੋਂ ਪਾਈ ਦੇ ਵਿੱਚ ਫਿਰ ਉਸ ਲੜਕੇ ਨੇ ਕੀ ਕੀਤਾ ਕਿ ਆਪਣੇ ਪਿਤਾ ਤੋਂ ਉਹ ਜਿਹੜੀ ਕਿਰਪਾਨ ਸੀ ਉਹ ਖੋਲ੍ਹੀ। ਜਦ ਕਿਰਪਾਨ ਖੋਲ੍ਹੀ, ਕਿਉਂਕਿ ਉਹ ਜਿਹੜਾ ਲੜਕਾ ਸੀਗਾ ਨੌਜਵਾਨ ਸੀਗਾ, ਪਿਤਾ ਜਿਹੜਾ ਸੀਗਾ ਥੋੜ੍ਹੀ ਬਜ਼ੁਰਗ ਉਮਰ ਦਾ ਸੀਗਾ, ਇਸ ਕਰਕੇ ਦੋਨਾਂ ਦਾ ਜਿਹੜੀ ਜਿਸਮਾਨੀ ਤਾਕਤ ਸੀਗੀ ਉਹਦੇ ਵਿੱਚ ਤਾਂ ਫਿਰ ਲੜਕੇ ਦਾ ਅਤੇ ਪਿਤਾ ਦਾ ਮੁਕਾਬਲਾ ਕਰਨਾ ਥੋੜ੍ਹਾ ਮੁਸ਼ਕਿਲ ਸੀਗਾ। ਪਰ ਕਿਉਂਕਿ ਇਸ ਲੜਕੀ ਦਾ ਜਿਹੜਾ ਸਹੁਰਾ ਸੀਗਾ ਬੜੇ ਗੁੱਸੇ 'ਚ ਸੀਗਾ ਅਤੇ ਉਹਨੇ ਮਨ ਦੇ ਵਿੱਚ ਤੱਕਿਆ ਸੀਗਾ ਕਿ ਮੈਂ ਆਪਣੇ ਚਾਹੇ ਮੇਰਾ ਲੜਕਾ ਹੀ ਆ, ਮੈਂ ਤਾਂ ਸਿਰ ਵੱਢ ਕੇ ਅੱਜ ਪਾਣੀ ਜ਼ਰੂਰ ਹੀ ਲਾਉਣਾ। ਉਹ ਇਸੇ ਜਿੱਦ ਦੇ ਵਿੱਚ ਜਦ ਉਹ ਹਟਿਆ ਹੀ ਨਹੀਂ ਅਤੇ ਫਿਰ ਇਸ ਹੱਥੋਂ ਪਾਈ ਦੇ ਵਿੱਚ ਉਸ ਲੜਕੇ ਨੇ ਦੇਖਿਆ ਕਿ ਇਸ ਤਰ੍ਹਾਂ ਤਾਂ ਕੋਈ ਗੱਲ ਨਹੀਂ ਬਣਦੀ ਹੈਗੀ ਅਤੇ ਫਿਰ ਉਸ ਨੇ ਆਪਣੇ ਪਿਤਾ ਦੀ ਜਿਹੜੀ ਖੋਈ ਕਿਰਪਾਨ ਸੀਗੀ ਉਹ ਆਪਣੇ ਪਿਤਾ ਦੇ ਉੱਤੇ ਚਲਾ ਦਿੱਤੀ ਅਤੇ ਉਹਦੇ ਫਿਰ ਪਿਤਾ ਦਾ ਜਿਹੜਾ ਸਿਰ ਸੀਗਾ ਉਹ ਉਸੇ ਕਿਰਪਾਨ ਨਾਲ ਵੱਢਿਆ ਗਿਆ। ਜਦ ਇੱਥੇ ਹੁਣ ਪੁੱਤਰ ਹੱਥੋਂ ਪਿਤਾ ਦੀ ਮੌਤ ਹੋ ਗਈ, ਇਹ ਜਿਹੜੀ ਮੌਤ ਸੀ ਆਲੇ ਦੁਆਲੇ ਜਿਹੜੇ ਹੋਰ ਜ਼ਿਮੀਂਦਾਰ ਖੜ੍ਹੇ ਇਹ ਲੜਾਈ ਦੇਖ ਰਹੇ ਸੀ, ਉਹਨਾਂ ਨੇ ਅੱਖੀਂ ਦੇਖੀ। ਗੱਲ ਕੀ ਆ, ਹੁਣ ਕਤਲ ਹੋ ਗਿਆ। ਜਦ ਕਤਲ ਹੋ ਗਿਆ ਫਿਰ ਪੁਲਿਸ ਰਿਪੋਰਟ ਹੋ ਗਈ, ਪੁਲਿਸ ਆ ਗਈ ਅਤੇ ਇਸ ਲੜਕੀ ਦੇ ਪਤੀ ਨੂੰ ਫਿਰ ਥਾਣੇ ਲੈ ਗਏ। ਜਦ ਥਾਣੇ ਲੈ ਗਈ ਫਿਰ ਮੁਕੱਦਮਾ ਹੋਇਆ। ਮੁਕੱਦਮੇ ਦੇ ਵਿੱਚ ਆਲੇ ਦੁਆਲੇ ਲੋਕ ਸੀ, ਉਹਨਾਂ ਦੀਆਂ ਗਵਾਹੀਆਂ ਹੋ ਗਈਆਂ ਅਤੇ ਜਿੰਨੇ ਵੀ ਲੋਕਾਂ ਨੇ ਗਵਾਹੀ ਦਿੱਤੀ ਆ ਉਹ ਸਾਰੀ ਗਵਾਹੀ ਜਿਹੜੀ ਸੀਗੀ ਇਸ ਮੱਘਰ ਸਿੰਘ ਦੀ ਬੇਟੀ ਦਾ ਘਰ ਪਤੀ ਦੇ ਖਿਲਾਫ ਸੀਗੀ। ਉਹਦੇ ਵਿੱਚ ਲੋਕਾਂ ਨੇ ਸਿੱਧਾ ਆਖਿਆ ਕਿ ਦੇਖੋ ਇੱਕ ਪੁੱਤ ਨੇ ਆਪਣੇ ਪਿਓ ਦਾ ਸਿਰ ਵੱਢਿਆ, ਸਾਡੀ ਅੱਖਾਂ ਦੇ ਸਾਹਮਣੇ ਵੱਢਿਆ, ਇਸ ਕਰਕੇ ਇਹਨੂੰ ਫਾਂਸੀ ਦੀ ਸਜ਼ਾ ਤਾਂ ਹੋਣੀ ਚਾਹੀਦੀ ਹੈ। ਦੇਖੋ ਜਦ ਇੰਨੀ ਗੱਲ ਹੋਈ ਤਾਂ ਫਿਰ ਉਸ ਟਾਈਮ ਜਿਹੜਾ ਜੱਜ ਸੀਗਾ ਉਹਨੇ ਜਦ ਸਾਰੀਆਂ ਗਵਾਹੀਆਂ ਦੇਖੀਆਂ ਅਤੇ ਫਿਰ ਗਵਾਹੀਆਂ ਦੇ ਆਧਾਰ ਦੇ ਉੱਤੇ ਉਸ ਜੱਜ ਨੇ ਫਿਰ ਇਹ ਫੈਸਲਾ ਲਿਖ ਦਿੱਤਾ ਕਿ ਇਸ ਲੜਕੇ ਨੇ ਆਪਣੇ ਪਿਤਾ ਦਾ ਸਿਰ ਜਿਹੜਾ ਉਸ ਲੜਾਈ ਦੇ ਵਿੱਚ ਵੱਢ ਦਿੱਤਾ। ਇੱਕ ਪੁੱਤਰ ਨੇ ਪਿਤਾ ਦਾ ਸਿਰ ਵੱਢਣ ਦੇ ਤੌਰ ਦੇ ਉੱਤੇ ਇੱਕ ਬੜਾ ਨਜਾਇਜ਼ ਕਾਰਜ ਕੀਤਾ ਹੈਗਾ ਅਤੇ ਇਸ ਨਜਾਇਜ਼ ਕਾਰਜ ਦੇ ਬਦਲੇ ਇਸ ਨੂੰ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਜਾਊਗੀ। ਅਤੇ ਇਹ ਸਜ਼ਾ ਦੀ ਤਰੀਕ ਵੀ ਉਸ ਜੱਜ ਨੇ 6 ਤਰੀਕ ਨਿਯਤ ਕਰ ਦਿੱਤੀ ਸੀ। ਜਦ 6 ਤਰੀਕ ਨਿਯਤ ਕਰ ਦਿੱਤੀ ਬਸ ਫਿਰ ਕੀ ਸੀ, ਇੱਕ ਤਾਂ ਘਰ ਦੇ ਵਿੱਚ ਸਹੁਰਾ ਉਹਦੀ ਮੌਤ ਪੁੱਤ ਦੇ ਹੱਥੋਂ ਹੋ ਗਈ, ਦੂਸਰਾ ਪੁੱਤਰ ਨੂੰ ਫਾਂਸੀ ਹੋ ਗਈ। ਸੋ ਜਿਹੜਾ ਸਾਰਾ ਘਰ ਸੀਗਾ ਉਹ ਤਾਂ ਉੱਜੜ ਗਿਆ, ਸੁੰਨਾ ਹੋ ਗਿਆ। ਇਹਦੇ ਨਾਲ ਹੀ ਫਿਰ ਜਿਹੜੀ ਲੜਕੀ ਮੱਘਰ ਸਿੰਘ ਦੀ ਸੀ ਉਹ ਰਾਜਸਥਾਨ ਆਪਣੇ ਸਹੁਰੇ ਪਿੰਡ ਸੰਤਪੁਰਾਂ ਤੋਂ ਇੱਥੇ ਆਪਣੇ ਪਿੰਡ ਮਹਾਂਪੁਰਖਾਂ ਦੇ ਮਸੀਤੀ ਆ ਗਏ ਸੀ ਅਤੇ ਇੱਥੇ ਬਾਬਾ ਕਿਸ਼ਨ ਸਿੰਘ ਹੋਣਾ ਦੇ ਜਿਹੜੇ ਭਰਾ ਜੀ ਸੀ ਬਾਬਾ ਹਰੀ ਸਿੰਘ ਜੀ, ਉਹਨਾਂ ਦੇ ਕੋਲ ਜਾ ਕੇ ਇਹ ਸਾਰੀ ਬਿਥਿਆ ਨੇ ਰੋਈ ਸੀ। ਜਦ ਰੋਈ ਸੀ ਅਤੇ ਇਹ ਬਿਥਿਆ ਨੂੰ ਸੁਣ ਕੇ ਬਾਬਾ ਹਰੀ ਸਿੰਘ ਦੇ ਅੱਖਾਂ ਦੇ ਵਿੱਚੋਂ ਵੀ ਜਲ ਵਹਿ ਤੁਰਿਆ ਸੀਗਾ। ਫਿਰ ਉਹਨੇ ਕਿਹਾ ਸੀਗਾ ਕਿ ਹਾਂ ਬੇਟਾ ਵੀ ਮੈਂ ਸਾਰੀ ਗੱਲ ਸਮਝ ਲਈ ਆ। ਫਿਰ ਉਹ ਲੜਕੀ ਮੱਘਰ ਸਿੰਘ ਦੀ ਕਹਿਣ ਲੱਗੀ ਕਿ ਮਹਾਂਪੁਰਖੋ ਦੱਸੋ ਮੇਰਾ ਇਹਦੇ ਵਿੱਚ ਕੀ ਕਸੂਰ ਹੈਗਾ, ਮੇਰਾ ਤਾਂ ਕੋਈ ਕਸੂਰ ਨਹੀਂ, ਪਰ ਹੁਣ ਮੈਨੂੰ ਸਜ਼ਾ ਕਾਹਦੀ ਹੈਗੀ ਆ, ਮੇਰਾ ਤਾਂ ਪਰਿਵਾਰ ਸਾਡਾ ਉੱਜੜ ਜਾਊਗਾ ਅਤੇ ਮੈਂ ਨਾ ਹੁਣ ਕਿ ਉੱਧਰ ਜਾਣ ਜੋਗੀ ਨਾ ਇੱਧਰ ਰਹਿਣ ਜੋਗੀ, ਮੈਂ ਕੀ ਕਰੂੰ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਹਰੀ ਸਿੰਘ ਹੋਣਾ ਨੇ ਇਸ ਬੇਟੀ ਨੂੰ ਹੌਸਲਾ ਦਿੱਤਾ, ਆਖਿਆ ਸੀਗਾ ਕਿ ਬੇਟਾ ਗੱਲ ਇੱਕ ਹੈਗੀ ਆ ਕਿ ਮੇਰੇ ਪਾਸ ਤਾਂ ਨਾ ਕੋਈ ਪੋਲੀਟੀਕਲ ਪਾਵਰ ਹੈਗੀ ਆ, ਨਾ ਮੇਰੀ ਕੋਰਟ ਕਚਹਿਰੀ ਦੇ ਵਿੱਚ ਕੋਈ ਚੱਲਦੀ ਹੈਗੀ ਆ। ਹਾਂ ਮੈਂ ਤੇਰੇ ਵਾਸਤੇ ਕੁਛ ਨਹੀਂ ਕਰ ਸਕਦਾ, ਸਿਰਫ ਅਤੇ ਸਿਰਫ ਤੇਰਾ ਦਰਦ ਮੈਂ ਮਹਿਸੂਸ ਕਰ ਸਕਦਾ ਅਤੇ ਤੇਰੇ ਦਰਦ ਕਰਕੇ ਅੱਖਾਂ ਤੋਂ ਹੰਝੂ ਵਸਾ ਸਕਦਾ ਹੈਗਾ। ਪਰ ਹਾਂ ਮੈਂ ਤੈਨੂੰ ਇੱਕ ਚੀਜ਼ ਦੱਸਦਾ ਕਿ ਜਿਹੜੇ ਮੇਰੇ ਭਰਾਤਾ ਹੈਗੇ ਆ ਸੰਤ ਮਹਾਂਪੁਰਖ ਬਾਬਾ ਕਿਸ਼ਨ ਸਿੰਘ ਜੀ, ਉਹਨਾਂ ਨੇ 1 ਤਰੀਕ ਨੂੰ ਮਸੀਤੀ ਆਉਣਾ ਹੈਗਾ ਅਤੇ ਤੂੰ ਜਦੋਂ ਸੰਤ ਬਾਬਾ ਕਿਸ਼ਨ ਸਿੰਘ ਜੀ 1 ਤਰੀਕ ਨੂੰ ਮਸੀਤੀ ਆਉਣਗੇ, ਤੂੰ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਇਹ ਸਾਰੀ ਗੱਲਬਾਤ ਉਹਨਾਂ ਨੂੰ ਕਹੀ ਆ। ਉਹ ਸਮਰੱਥ ਹੈਗੇ ਆ, ਕੁਛ ਵੀ ਕਰ ਸਕਦੇ ਆ। ਜਦ ਇਹ ਜਿਹੜੀ ਗੱਲ ਸੀ ਬਾਬਾ ਹਰੀ ਸਿੰਘ ਹੁਣਾਂ ਨੇ ਮੱਘਰ ਸਿੰਘ ਦੀ ਬੇਟੀ ਨੂੰ ਕਹੀ ਸੀ ਅਤੇ ਫਿਰ ਉਹਦੀ ਅੱਖਾਂ ਦੇ ਵਿੱਚ ਥੋੜ੍ਹੀ ਚਮਕ ਆ ਗਈ ਸੀ। ਫਿਰ ਉਹ ਉਸ ਦਿਨ ਦਾ ਇੰਤਜ਼ਾਰ ਕਰਨ ਲੱਗੀ। ਵਾਕਿਆ 1 ਤਰੀਕ ਨੂੰ ਬਾਬਾ ਕਿਸ਼ਨ ਸਿੰਘ ਜੀ ਜਦ ਆਪਣੇ ਪਿੰਡ ਮਸੀਤੀ ਪਹੁੰਚੇ ਸੀ, ਫਿਰ ਇਸ ਲੜਕੀ ਨੇ ਬਾਬਾ ਕਿਸ਼ਨ ਸਿੰਘ ਹੁਣਾਂ ਦੇ ਚਰਨ ਜਿਹੜੇ ਸੀ ਆਪਣੇ ਹੰਝੂਆਂ ਦੇ ਨਾਲ ਧੋਤੇ ਸੀਗੇ ਅਤੇ ਉਹਦੇ ਵਿੱਚ ਫਿਰ ਫਰਿਆਦ ਕੀਤੀ ਸੀ। ਜਦ ਫਰਿਆਦ ਕੀਤੀ ਅਤੇ ਇਸ ਫਰਿਆਦ ਦੇ ਵਿੱਚ ਬਾਬਾ ਕਿਸ਼ਨ ਸਿੰਘ ਨੇ ਮੱਘਰ ਸਿੰਘ ਦੀ ਬੇਟੀ ਨੂੰ ਪੁੱਛਿਆ, ਬੇਟਾ ਕੀ ਗੱਲ ਤੂੰ ਰੋਂਦੀ ਕਿਉਂ ਆ।
ਫਿਰ ਮੱਘਰ ਸਿੰਘ ਦੀ ਬੇਟੀ ਨੇ ਬਾਬਾ ਕਿਸ਼ਨ ਸਿੰਘ ਹੁਣਾਂ ਨੂੰ ਇਹ ਸਾਰੀ ਘਟਨਾ ਦੱਸੀ ਸੀ ਕਿ ਕਿਵੇਂ ਮੇਰੇ ਪਤੀ ਦੇ ਹੱਥੋਂ ਮੇਰੇ ਸਹੁਰੇ ਦਾ ਕਤਲ ਹੋ ਗਿਆ, ਲੇਕਿਨ ਉਸ ਕਤਲ ਦੇ ਵਿੱਚ ਮੇਰਾ ਪਤੀ ਕਸੂਰਵਾਰ ਨਹੀਂ ਹੈਗਾ, ਕਿਉਂਕਿ ਮੇਰਾ ਸਹੁਰਾ ਹੀ ਕਿਰਪਾਨ ਫੜ ਕੇ ਮੇਰੇ ਪਤੀ ਨੂੰ ਮਾਰਨ ਵਾਸਤੇ ਘਰੋਂ ਤੁਰ ਪਿਆ ਸੀਗਾ, ਅਤੇ ਜਦ ਕਿ ਮੇਰਾ ਪਤੀ ਜਿਹੜਾ ਸੀਗਾ ਉਹ ਖਾਲੀ ਹੱਥ ਸੀਗਾ। ਲੇਕਿਨ ਹੁਣ ਆਪਣੇ ਬਚਾਓ ਦੇ ਵਿੱਚ ਮੇਰੇ ਪਤੀ ਵੱਲੋਂ ਆਪਣੇ ਪਿਤਾ ਦਾ ਕਤਲ ਹੋ ਗਿਆ ਹੈਗਾ, ਪਰ ਹੁਣ ਜੱਜ ਨੇ ਫਾਂਸੀ ਦੇ ਦਿੱਤੀ ਹੈਗੀ ਆ। ਅਤੇ ਮੱਘਰ ਸਿੰਘ ਦੀ ਬੇਟੀ ਨੇ ਬਾਬਾ ਕਿਸ਼ਨ ਸਿੰਘ ਨੂੰ ਇਹ ਵੀ ਆਖ ਦਿੱਤਾ ਸੀਗਾ ਕਿ ਇਹ ਜਿਹੜੀ ਫਾਂਸੀ ਹੈ 6 ਤਰੀਕ ਨੂੰ ਜੱਜ ਨੇ ਨਿਯਤ ਕਰ ਦਿੱਤੀ ਹੈ। ਜਦ ਇਹ ਸਾਰੀ ਘਟਨਾ ਜਿਹੜੀ ਸੀ ਮੱਘਰ ਸਿੰਘ ਦੀ ਬੇਟੀ ਨੇ ਬਾਬਾ ਕਿਸ਼ਨ ਸਿੰਘ ਹੁਣਾਂ ਨੂੰ ਦੱਸੀ ਸੀ, ਤਾਂ ਫਿਰ ਬਾਬਾ ਕਿਸ਼ਨ ਸਿੰਘ ਸਾਰੀ ਘਟਨਾ ਨੂੰ ਸੁਣ ਕੇ 4-5 ਮਿੰਟ ਚੁੱਪ ਰਹੇ ਸੀ। 4-5 ਮਿੰਟ ਚੁੱਪ ਹੋਣ ਤੋਂ ਬਾਅਦ ਫਿਰ ਬਾਬਾ ਕਿਸ਼ਨ ਸਿੰਘ ਹੁਣਾਂ ਨੇ ਮੱਘਰ ਸਿੰਘ ਦੀ ਬੇਟੀ ਨੂੰ ਆਖਿਆ ਸੀਗਾ ਕਿ ਬੇਟਾ ਠੀਕ ਆ, ਤੇਰਾ ਕੋਈ ਕਸੂਰ ਨਹੀਂ ਆ, ਅਤੇ ਕਸੂਰ ਤੇਰੇ ਪਤੀ ਦਾ ਵੀ ਨਹੀਂ ਆ, ਕਿਉਂਕਿ ਤੇਰਾ ਪਤੀ ਤਾਂ ਖਾਲੀ ਹੱਥ ਸੀਗਾ, ਕਸੂਰ ਤਾਂ ਤੇਰੇ ਸਹੁਰੇ ਦਾ ਹੈਗਾ। ਪਰ ਹੁਣ ਗੱਲ ਇਹ ਹੈਗੀ ਆ ਕਿ ਖੇਡ ਸਾਰੀ ਉਲਟ ਹੋ ਗਈ ਆ, ਅਤੇ ਤੇਰੇ ਪਤੀ ਦੇ ਹੱਥੋਂ ਉਹਦਾ ਪਿਤਾ ਜਿਹੜਾ ਤੇਰਾ ਸਹੁਰਾ ਲੱਗਦਾ ਉਹਦਾ ਕਤਲ ਹੋ ਗਿਆ ਹੈਗਾ। ਤਾਂ ਫਿਰ ਉਹ ਲੜਕੀ ਕਹਿਣ ਲੱਗੀ ਮਹਾਂਪੁਰਖ ਵੀ ਦੱਸੋ ਹੁਣ ਮੇਰਾ ਕੀ ਕਸੂਰ ਹੈਗਾ, ਮੇਰਾ ਤਾਂ ਸਾਰਾ ਘਰ ਉੱਜੜ ਜਾਊਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਕਿਸ਼ਨ ਸਿੰਘ ਜੀ ਰੋਹ ਵਿੱਚ ਆ ਗਏ, ਕਹਿਣ ਲੱਗੇ ਕਿ ਬੇਟਾ ਗੱਲ ਸੁਣ, ਤੇਰੇ ਪਤੀ ਨੂੰ ਜੱਜ ਫਾਂਸੀ ਨਹੀਂ ਦੇ ਸਕਦਾ। ਇਹ ਜਿਹੜਾ ਵਚਨ ਸੀਗਾ ਬਾਬਾ ਕਿਸ਼ਨ ਸਿੰਘ ਹੁਣਾਂ ਨੇ ਉਸ ਮੱਘਰ ਸਿੰਘ ਦੀ ਬੇਟੀ ਨੂੰ ਉੱਥੇ ਕਿਹਾ ਸੀਗਾ, ਅਤੇ ਨਾਲ ਹੀ ਫਿਰ ਅਗਲੀ ਗੱਲ ਕਹੀ ਸੀ, ਕਹਿੰਦੇ ਦੇਖ ਤੇਰੇ ਪਤੀ ਨੂੰ ਜੱਜ ਨੇ 6 ਤਰੀਕ ਨੂੰ ਫਾਂਸੀ ਦੇਣ ਦੀ ਲਿਖਤ ਲਿਖੀ ਹੋਈ ਆ, ਪਰ ਗੱਲ ਇਹ ਹੈਗੀ ਆ ਕਿ ਹੁਣ 6 ਤਰੀਕ ਨੂੰ ਤੇਰਾ ਘਰ ਵਾਲਾ ਘਰ ਨਹੀਂ ਆਏਗਾ। ਫਿਰ ਚੁੱਪ ਕਰਕੇ ਕਹਿਣ ਲੱਗੇ ਥੋੜ੍ਹਾ ਚਿਰ ਬਾਅਦ ਮਿੰਟ ਕੁ ਰੋਕ ਕੇ ਕਿ 7 ਨੂੰ ਵੀ ਘਰ ਨਹੀਂ ਪਹੁੰਚੇਗਾ। ਫਿਰ ਬਾਬਾ ਜੀ ਫਿਰ 2-3 ਮਿੰਟ ਫਿਰ ਚੁੱਪ ਕੀਤੇ। ਫਿਰ ਉਹ ਮੱਘਰ ਸਿੰਘ ਦੀ ਲੜਕੀ ਨੂੰ ਕਹਿਣ ਲੱਗੇ ਕਿ ਤੇਰਾ ਪਤੀ 8 ਨੂੰ ਘਰ ਵੀ ਨਹੀਂ ਆਏਗਾ। ਤਾਂ ਫਿਰ 1-2 ਮਿੰਟ ਚੁੱਪ ਕਰਕੇ ਕਹਿਣ ਲੱਗੇ ਕਿ 9 ਤਰੀਕ ਦਿਨ ਦੇ 10 ਵਜੇ ਸਵੇਰੇ ਤੇਰਾ ਪਤੀ ਤੇਰੇ ਘਰ ਪਹੁੰਚ ਜਾਊਗਾ। ਦੇਖੋ ਜਦ ਬਾਬਾ ਕਿਸ਼ਨ ਸਿੰਘ ਹੁਣਾਂ ਨੇ ਇਹ ਵਚਨ ਮੱਘਰ ਸਿੰਘ ਦੀ ਲੜਕੀ ਨੂੰ ਕੀਤੇ ਸੀ ਤਾਂ ਮੱਘਰ ਸਿੰਘ ਦੀ ਲੜਕੀ ਦੇ ਅੰਦਰੋਂ ਖੁਸ਼ੀ ਦੀਆਂ ਚਾਂਗਾਂ ਨਿਕਲ ਗਈਆਂ ਸੀ। ਹੁਣ ਮਹਾਂਪੁਰਖਾਂ ਦੇ ਅਗੰਮੀ ਵਚਨ, ਸਾਧ ਵਚਨ ਅਟਲਾਦਾ ਕੋਈ ਟਾਲ ਨਹੀਂ ਸਕਦਾ ਹੈਗਾ। ਦੇਖੋ ਤੇ ਫਿਰ ਬਾਬਾ ਕਿਸ਼ਨ ਸਿੰਘ ਨੇ ਮੱਘਰ ਸਿੰਘ ਦੀ ਬੇਟੀ ਦੇ ਸਿਰ 'ਤੇ ਹੱਥ ਰੱਖਿਆ ਅਤੇ ਕਹਿਤਾ ਕਿ ਬੇਟਾ ਹੁਣ ਤੂੰ ਬਿਲਕੁਲ ਬੇਫਿਕਰ ਹੋ ਕੇ ਆਪਣੇ ਸਹੁਰੇ ਰਾਜਸਥਾਨ ਸੰਤਪੁਰੇ ਚਲੀ ਜਾ, ਅਤੇ ਹੁਣ ਗੁਰੂ ਨਾਨਕ ਦੇ ਘਰ ਦੇ ਵਿੱਚ ਤੇਰੇ ਪਤੀ ਦੀ ਰੱਖਿਆ ਆਪ ਗੁਰੂ ਨਾਨਕ ਸਾਹਿਬ ਕਰਨਗੇ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਟੁੱਟੀ ਗੰਢਣ ਵਾਲੇ ਹੈ ਅਤੇ ਸਾਰੀਆਂ ਗੱਲਾਂ ਸਮਰੱਥ ਹਨ। ਜਦ ਇਹ ਜਿਹੜੇ ਬਚਨ ਸੀ ਬਾਬਾ ਕਿਸ਼ਨ ਸਿੰਘ ਹੁਣਾਂ ਨੇ ਕਿਸੇ ਅਗੰਮੀ ਰੌਣ ਦੇ ਵਿੱਚ ਕੀਤੇ ਸੀਗੇ, ਅਤੇ ਇਹਨਾਂ ਬਚਨਾਂ ਤੋਂ ਬਾਅਦ ਫਿਰ ਉਹ ਜਿਹੜੀ ਬੇਟੀ ਮੱਘਰ ਸਿੰਘ ਦੀ ਸੀ ਬੜੀ ਖੁਸ਼ੀ ਦੇ ਨਾਲ ਫਿਰ ਉਹ ਰਾਜਸਥਾਨ ਪਿੰਡ ਚਲੀ ਗਈ ਸੀ। ਦੇਖੋ ਜਦੋਂ ਰਾਜਸਥਾਨ ਪਿੰਡ ਪਹੁੰਚ ਗਈ 1 ਤਰੀਕ ਨੂੰ ਸੰਤ ਮਹਾਂਪੁਰਖ ਦੇ ਇਹ ਬਚਨ ਮੱਘਰ ਸਿੰਘ ਦੀ ਬੇਟੀ ਦੇ ਨਾਲ ਹੋਏ ਸੀਗੇ, ਪਰ ਉਦਣ ਹੀ ਜਿਸ ਜੱਜ ਨੇ ਇਹ ਫਾਂਸੀ ਦੀ ਸਜ਼ਾ 6 ਤਰੀਕ ਨੂੰ ਲਿਖ ਕੇ ਰੱਖੀ ਸੀ, ਬਸ ਉਹਦੇ ਮਨ ਦੇ ਵਿੱਚ ਫਿਰ ਦੇਖੋ ਤਾਰ ਖੜਕਣੀ ਸ਼ੁਰੂ ਹੋ ਗਈ। ਜਦ ਤਾਰ ਖੜਕਣੀ ਸ਼ੁਰੂ ਹੋ ਗਈ ਉਸ ਤਾਰ ਦੇ ਵਿੱਚ ਉਸ ਜੱਜ ਦੀ ਸੋਚ ਦੇ ਵਿੱਚ ਕਈ ਤਰ੍ਹਾਂ ਦੇ ਤੂਫਾਨ ਉੱਠਣ ਲੱਗੇ। ਜਦ ਤੂਫਾਨ ਉੱਠਣ ਲੱਗੇ ਤਾਂ ਜੱਜ ਸੋਚਣ ਲੱਗਾ ਕਿ ਇਹ ਜਿਹੜੀ ਮੈਂ ਫਾਂਸੀ ਲਿਖੀ ਆ ਇਸ ਲੜਕੇ ਨੂੰ ਜਿਹਦੇ ਹੱਥੋਂ ਆਪਣੇ ਬਾਪ ਦਾ ਕਤਲ ਹੋ ਗਿਆ, ਕਿਤੇ ਮੈਂ ਗਲਤ ਫੈਸਲਾ ਤਾਂ ਨਹੀਂ ਲਿਖ ਦਿੱਤਾ ਹੈਗਾ। ਜਦੋਂ ਉਹ ਜੱਜ ਦੀ ਨੀਂਦ ਇਸੇ ਸੋਚ ਦੇ ਵਿੱਚ ਪੂਰੀ ਤਰ੍ਹਾਂ ਉੱਡ ਗਈ ਤੇ ਜੱਜ ਸੌਂ ਨਹੀਂ ਸਕਿਆ, ਤੇ ਫਿਰ 2 ਤਰੀਕ ਹੋ ਗਈ, 3 ਤਰੀਕ ਹੋ ਗਈ। ਜੱਜ ਨੇ ਅਖੀਰ ਫਿਰ ਵਕੀਲ ਸਾਰੇ ਜਿਹੜੇ ਸੀ ਆਪਣੇ ਪਾਸ ਬੁਲਾਏ, ਨੋਟਿਸ ਭੇਜਿਆ ਤੇ ਸਾਰੇ ਵਕੀਲਾਂ ਨੂੰ ਆਖਿਆ ਕਿ ਜਿਸ ਸ਼ਖਸ ਦੀ ਫਾਂਸੀ ਮੈਂ 6 ਤਰੀਕ ਨੂੰ ਲਿਖੀ ਆ ਉੱਤੇ ਸਾਰੇ ਵਕੀਲ ਦੁਬਾਰਾ ਜਿਹੜੇ ਉਹ ਬਹਿਸ ਕਰੋ। ਜਦ ਇਹ ਕੇਸ 'ਤੇ ਦੁਬਾਰਾ ਫਿਰ ਬਹਿਸ ਵਕੀਲਾਂ ਨੇ ਕੀਤੀ ਸੀ, ਸਾਰੇ ਵਕੀਲਾਂ ਨੇ ਇਹੋ ਹੀ ਫੈਸਲਾ ਦਿੱਤਾ ਸੀਗਾ ਕਿ ਭਾਈ ਦਰਅਸਲ ਗੱਲ ਇਹ ਹੈਗੀ ਆ ਕਿ ਇੱਕ ਬੇਟੇ ਕੋਲੋਂ ਆਪਣੇ ਪਿਓ ਦਾ ਕਤਲ ਹੋ ਗਿਆ ਹੈ, ਇਸ ਕਰਕੇ ਇਸ ਬੇਟੇ ਨੂੰ ਤਾਂ ਸਜ਼ਾ ਦੇਣੀ ਚਾਹੀਦੀ ਆ। ਦੇਖੋ ਜਿਸ ਪਿਓ ਨੇ ਆਪਣੇ ਪੁੱਤਰ ਨੂੰ ਪਾਲਣ ਦੇ ਵਾਸਤੇ ਆਪਣੀ ਜ਼ਿੰਦਗੀ ਦੀ ਇੰਨੀ ਮਿਹਨਤ ਉਸ ਨੂੰ ਦਿੱਤੀ ਆ, ਇੰਨਾ ਜ਼ਿੰਦਗੀ ਦਾ ਟਾਈਮ, ਸਾਰਾ ਕਰਜ਼ ਜਿਹੜਾ ਹੈਗਾ ਉਹ ਮਾਪੇ ਆਪਣੇ ਲੜਕਿਆਂ ਦੀ ਖੁਸ਼ੀ ਵਾਸਤੇ ਲੈਂਦੇ ਆ, ਪਰ ਇੱਕ ਬੇਟਾ ਅਗਰ ਪਿਤਾ ਦਾ ਕਤਲ ਕਰ ਦੇਵੇ ਤਾਂ ਫਿਰ ਉਹ ਕਸੂਰਵਾਰ ਹੈ। ਜਦ ਸਾਰੇ ਵਕੀਲਾਂ ਨੇ ਇਹ ਫੈਸਲਾ ਜੱਜ ਨੂੰ ਦੇ ਦਿੱਤਾ, ਹੁਣ ਜੱਜ ਜਿਹੜਾ ਸੀਗਾ ਅੰਦਰੋਂ ਪੂਰੀ ਤਰ੍ਹਾਂ ਨੀਂਦ ਨਾ ਆਉਣ ਕਰਕੇ ਪਰੇਸ਼ਾਨ ਸੀਗਾ। ਪਰ ਉਸ ਟਾਈਮ ਫਿਰ ਮੱਘਰ ਸਿੰਘ ਦੀ ਬੇਟੀ ਨੇ ਜਿਹੜਾ ਵਕੀਲ ਕੀਤਾ ਸੀਗਾ ਉੱਠ ਕੇ ਖੜਾ ਹੋ ਗਿਆ। ਉੱਠ ਕੇ ਖੜਾ ਹੋ ਕੇ ਫਿਰ ਉਸ ਨੇ ਜੱਜ ਨੂੰ ਇਹ ਗੱਲ ਆਖੀ, ਕਹਿੰਦੇ ਵੀ ਜੱਜ ਸਾਹਿਬਾਨ ਦਰਅਸਲ ਗੱਲ ਇਹ ਹੈ, ਬੇਸ਼ੱਕ ਇਹ ਕਤਲ ਲੜਕੇ ਦੇ ਹੱਥੋਂ ਆਪਣੇ ਪਿਤਾ ਦਾ ਹੋਇਆ ਹੈਗਾ,
पर असल दे विच ये लड़का जिहड़ा ये बेकसूर आ। क्यों बेकसूर आ? बेकसूर इस करके आ कि ये सब तो पहलां जद लड़ाई होई सी उहदे विच लड़का निहत्था सी ते इहदा पिता जिहदा अंदरों इरादा कतल दा सीगा आप घरों किरपान लैके गया सीगा ते ये किरपान पहलां इहदे पिता ने जिहड़ी सीगी अपने पुत्तर नूं मारन वास्ते कड्ढी सी, पर इहदे पुत्तर ने इस लड़ाई दे विच अपना बचाव करदिया होया अपने पिता दे हत्थों किरपान खोली सी ते इस बचाव दे विच फिर वो किरपान जिहड़ी सी इस लड़के दे हत्थों अपने पिता दे गर्दन दे उत्ते चल गई सी, जिस करके उहदा सिर वड्ढिया गया सी। पर गल एक है कि दिलों जिहड़ा हैगा ये लड़का एक कसूरबाद नहीं आ, क्योंकि ये अंदर अपने पिता दे वास्ते कोई इरादा कतल नहीं सी। ते दूसरी गल ये सी कि जिहड़ी पानी दी वारी सी वो भी इस लड़के दी सी, जद कि पिता जिहड़ा सी इहदा ये जबरी पानी लाउणा चाहुंदा सीगा। जद ये सारियां जिहड़ियां सीगियां दलीलां इस मगर सिंह दी बेटी दे वकील ने जज दे अगे रखियां सी तां जज सुन के जिहड़ा सीगा वो हस पिया सी। उस तो बाद कहण लगा कि बिल्कुल ठीक है, जिवें उहदे मन दा बोझ जिहड़ा सीगा पूरी तरह जज दा लै गया होवे। फिर जज ने दोबारा कलम चक्की, दोबारा कलम चक के फिर जज ने फिर इस कागज़ ते ये लिखिया कि इस लड़के दी सज़ा जिहड़ी मैं पहला सजाए मौत लिखी सीगी वो मेरे तो गलती दे नाल लिखी गई है। दरअसल गल ये है कि ये लड़का बेकसूर आ, क्योंकि ਇਹਦੇ अंदर अपने पिता नूं मारन दा कोई इरादा नहीं सी, ये निहत्था सीगा। ते दूसरी गल ये है कि ਇਹਦਾ पिता अपने पुत्तर नूं मारन वास्ते घरों किरपान लैके गया सीगा। ते दूसरी गल ये सी कि ਇਹਦਾ ਜਿਹੜਾ पुत्तर वा ਉਹਦੀ ਉਦੋਂ ਕਾਨੂੰਨੀ ਤੌਰ ਤੇ ਪਾਣੀ ਲਾਉਣ ਦੀ ਵਾਰੀ ਸੀ, ਪਰ ਇਹਦਾ ਪਿਤਾ ਜਬਰੀ ਪਾਣੀ ਲਾਉਣਾ ਚਾਹੁੰਦਾ ਸੀਗਾ। ਸੋ ਇਸ ਕਰਕੇ ਇਸ ਕਸਮ ਕਸ਼ਬ ਦੇ ਵਿੱਚ ਪੁੱਤਰ ਨੇ ਆਪਣੇ ਪਿਤਾ ਦੇ ਬਚਾਅ ਵੱਲੋਂ ਇਹ ਸਾਰੀ ਜਿਹੜੀ ਲੜਾਈ ਕੀਤੀ ਸੀ ਤੇ ਇਸ ਲੜਾਈ ਦੇ ਵਿੱਚ ਫਿਰ ਇਹਦਾ ਪਿਤਾ ਆਪਣੇ ਪੁੱਤਰ ਦੇ ਹੱਥੋਂ ਹੀ ਮਾਰਿਆ ਗਿਆ ਸੀਗਾ। ਪਰ ਪੁੱਤਰ ਜਿਹੜਾ ਬਿਲਕੁਲ ਬੇਕਸੂਰ ਹੈ ਤੇ ਇਸ ਕਰਕੇ ਇਹਦੀ ਜਿਹੜੀ ਫਾਂਸੀ ਦੀ ਸਜ਼ਾ ਹੈਗੀ ਉਹ ਰੱਦ ਕੀਤੀ ਜਾਵੇਗੀ। ਜਦ ਜੱਜ ਨੇ ਇਸ ਜਿਹੜਾ ਸਾਰਾ ਨੋਟਿਸ ਸੀਗਾ ਆਪਣੇ ਕਾਗਜ਼ ਦੇ ਉੱਤੇ ਦੁਬਾਰਾ ਲਿਖਿਆ ਸੀਗਾ, ਉਸ ਤੋਂ ਬਾਅਦ ਦੇਖੋ ਫਿਰ ਇਸ ਮੱਘਰ ਸਿੰਘ ਦੀ ਬੇਟੀ ਦਾ ਪਤੀ ਇਹ ਪੂਰੀ ਤਰ੍ਹਾਂ ਬਰੀ ਹੋ ਗਿਆ ਸੀਗਾ। ਤੇ ਇਧਰੋਂ ਮਹਾਂਪੁਰਖ ਬਾਬਾ ਕਿਸ਼ਨ ਸਿੰਘ ਹੋਣਾ ਨੇ ਜਿਹੜਾ ਵਚਨ 1 ਤਰੀਕ ਨੂੰ ਕੀਤਾ ਸੀਗਾ ਕਿ ਜੱਜ ਤੇਰੇ ਪੁੱਤਰ ਨੂੰ ਫਾਂਸੀ ਨਹੀਂ ਦੇ ਸਕਦਾ ਤੇ ਤੇਰਾ ਪੁੱਤਰ ਫਿਰ 6 ਨੂੰ ਨਹੀਂ 7 ਨੂੰ ਨਹੀਂ 8 ਨੂੰ ਨਹੀਂ 9 ਤਰੀਕ 10 ਵਜੇ ਘਰ ਪਹੁੰਚ ਜਾਵੇਗਾ। ਐਨ ਮਹਾਂਪੁਰਖਾਂ ਦਾ ਵਚਨ ਉਸ ਟਾਈਮ ਇਸ ਤਰ੍ਹਾਂ ਹੀ ਹੋਇਆ ਸੀਗਾ। ਫਿਰ ਇਹੋ ਹੀ ਮੱਘਰ ਸਿੰਘ ਦਾ ਜਿਹੜਾ ਜਵਾਈ ਸੀਗਾ ਇਹ 6 ਨੂੰ ਜਿਹਨੂੰ ਫਾਂਸੀ ਦੇਣ ਦਾ ਹੁਕਮ ਹੋਇਆ ਸੀ, ਨਾ 6 ਨੂੰ ਪਹੁੰਚਿਆ ਸੀ ਰਾਜਸਥਾਨ ਆਪਣੇ ਪਿੰਡ ਸੰਤਪੁਰੇ, ਨਾ 7 ਨੂੰ ਪਹੁੰਚਿਆ, ਨਾ 8 ਨੂੰ, 9 ਨੂੰ ਪੂਰੇ 10 ਵਜੇ ਪਹੁੰਚਿਆ ਸੀਗਾ। ਤੇ ਜਦ 9 ਨੂੰ ਪੂਰੇ 10 ਵਜੇ ਪਹੁੰਚਣਾ ਸੀਗਾ ਤਾਂ ਉਸ ਟਾਈਮ ਘਰ ਦੇ ਵਿੱਚ ਲੋਕਾਂ ਦਾ ਪਹਿਲਾਂ ਹੀ ਤਾਂਤਾ ਲੱਗਾ ਹੋਇਆ ਸੀਗਾ। ਇਹ ਆ ਬਾਬਾ ਕਿਸ਼ਨ ਸਿੰਘ ਮਹਾਂਪੁਰਖਾਂ ਦੇ ਵਚਨਾਂ ਦੀ ਤਾਕਤ, ਜਿਸ ਨੂੰ ਗੁਰਬਾਣੀ ਨੇ ਆਖਿਆ ਕਿ ਸਾਧ ਵਚਨ ਅਟਲਾਦਾ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ, ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, साध की शोभा का नाही अंत, साध की शोभा सदा बेअंत, साध की शोभा ऊंचते ऊंची, साध की शोभा मूंचते मूंची, साध की शोभा साध बन आई, नानक साध प्रभ भेद ना पाई। सो दास इन्ने ही बचन साझा करदा होया खिमा दा जा चुका जी। होइयां बेअंत भुलां चुकां दी खिमा बख्शणी। सो फतेह बुलाओ। वाहिगुरु जी का खालसा, वाहिगुरु जी की फतेह।